ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ ਫਰੀਦਕੋਟ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਭਰਵਾਂ ਮੀਂਹ ਪਿਆ ਤੇ ਪਟਿਆਲੇ ਦੇ ਵੱਲ ਮੀਂਹ ਪੈਣ ਦੇ ਕਰਕੇ ਇੱਕ ਛੱਤ ਡਿੱਗੀ ਆ। ਇੱਕ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਆ। ਉਹਦੇ ਕਰਕੇ 4 ਜੀਆਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਹਾਂ ਕਿ ਇਹੋ ਜਿਹੀਆਂ ਕਈ ਦਰਦਨਾਕ ਇਹੋ ਜਿਹੀਆਂ ਕਈ ਦੁਖਦਾਈ ਖਬਰਾਂ ਆਉਂਦੀਆਂ ਰਹੀਆਂ, ਜਿਹਦੇ ਕਰਕੇ ਕਾਲਜੇ ਦੇ ਵਿੱਚੋਂ ਚੀਸ ਉੱਠਦੀ ਆ ਕਿ ਯਾਰ ਜੇ ਮੀਂਹ ਪਵੇ, ਕੁਦਰਤੀ ਕਰੋਪੀ ਆਵੇ ਤਾਂ ਸਭ ਤੋਂ ਪਹਿਲਾਂ ਗਰੀਬ ਦੇ ਉੱਤੇ ਗਾਸ ਡਿੱਗਦੀ ਆ। ਜੇ ਸੋਕਾ ਪਵੇ ਤਾਂ ਵੀ ਗਰੀਬ ਮਾਰਿਆ ਜਾਂਦਾ, ਜੇ ਡੋਬਾ ਪਵੇ ਤਾਂ ਵੀ ਗਰੀਬ ਮਾਰਿਆ ਜਾਂਦਾ। ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਭਰਵਾਂ ਮੀਂਹ ਪੈਣ ਦੀ ਆਸ ਹੈ। ਸੋ ਮੀਂਹ ਕਿੰਨਾ ਕੁ ਕਿੱਥੇ ਤੇ ਕਿਵੇਂ ਪੈਂਦਾ ਇਹ ਵਕਤ ਬਿਆਨ ਕਰੂਗਾ। ਪਰ ਐਤਕੀ ਮੀਂਹ ਨੇ ਪੰਜਾਬ ਦੇ ਵਿੱਚ ਵੱਟ ਕੱਢਤੇ ਆ ਤੇ ਕਈ ਖੇਤਰਾਂ ਦੇ ਵਿੱਚ ਤਾਂ ਬੇਹੱਦ ਮੀਂਹ ਪੈਣ ਦੇ ਕਰਕੇ ਜਲ ਥਲ ਹੋਇਆ ਪਿਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਦੱਸਣੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਦੂਜੇ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਕਿ ਕੌਣ ਕੀ ਕਰਦਾ ਤੇ ਕਿਹਦੇ ਕੋਲੋਂ ਕੀ ਗੁਸਤਾਖੀ ਹੁੰਦੀ ਆ, ਕਿਹਦੀ ਪਿੱਠ ਲੱਗ ਸਕਦੀ ਹੈ ਤੇ ਕਿਹੜਾ ਅੱਗੇ ਜਾ ਸਕਦਾ, ਉਹ ਕਦੇ ਕਦੇ ਹੈਰਾਨ ਕਰਨ ਵਾਲਾ ਵਰਤਾਰਾ ਜਾਪਦਾ। ਕਿਉਂਕਿ ਇਸ ਵੇਲੇ ਸੱਤਾਧਾਰੀ ਧਿਰ ਨੂੰ ਘੇਰਾ ਪਾਉਣ ਦੇ ਵਾਸਤੇ ਵਿਰੋਧੀ ਪਾਰਟੀਆਂ ਤਾਕਤ ਦੇ ਵਿੱਚ ਹੈ। ਸੱਤਾਧਾਰੀ ਧਿਰ ਦੇ ਕੋਲੋਂ ਕਿਹੜੀ ਗਲਤੀ ਹੁੰਦੀ ਹੈ ਇਹਦੇ ਵੱਲ ਬਾਜ਼ ਅੱਖ ਰੱਖੀ ਜਾ ਰਹੀ ਹੈ। ਇਹ ਗੱਲ ਸੱਚੀ ਹੈ ਕਿ ਸੱਤਾਧਾਰੀ ਧਿਰ ਨੂੰ 4 ਮਹੀਨੇ ਮਿਲੇ ਆ, ਹਾਲੇ ਤੱਕ 4 ਮਹੀਨੇ ਹੋਏ ਆ, ਸਮਾਂ ਹਾਲੇ ਕਾਫੀ ਪਿਆ। ਉਹ ਕਿੰਨੇ ਕੰਮ ਕਰਦੇ ਆ ਇਹਦੇ ਬਾਰੇ ਅਸੀਂ ਕੋਈ ਗਵਾਹੀ ਨਹੀਂ ਭਰਦੇ ਵੀ ਭਾਈ ਇਹਨਾਂ ਨੇ ਤਾਂ ਐਂ ਕਰ ਦੇਣਾ, ਇਹਨਾਂ ਨੇ ਤਾਂ ਉਹ ਕਰ ਦੇਣਾ। ਪਰ ਗੱਲ ਇਹ ਆ ਵੀ ਜੇਕਰ ਉਹਨਾਂ ਦੇ ਵੱਲੋਂ ਇੱਕ ਵੀ ਗਲਤੀ ਕੀਤੀ ਜਾਊਗੀ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਉਸ ਮਸਲੇ ਨੂੰ, ਉਸ ਮੌਕੇ ਨੂੰ ਜਾਣ ਨਹੀਂ ਦਿੱਤਾ ਜਾਊਗਾ। ਸੋ ਇਸ ਵਕਤ ਵਿਰੋਧੀ ਪਾਰਟੀਆਂ ਆਪਣੀ ਮਾਰ ਦੇ ਉੱਤੇ ਆ। ਸੱਤਾਧਾਰੀ ਧਿਰ ਹੈ ਜਿਹੜੀ ਉਹ ਆਪਦੀਆਂ ਕੋਸ਼ਿਸ਼ਾਂ ਦੇ ਵਿੱਚ ਆ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੁਝ ਕਰੀਏ। ਉਹ ਕਿੰਨਾ ਕੁਝ ਕਰ ਸਕਣਗੀਆਂ ਇਹ ਵਕਤ ਬਿਆਨ ਕਰੂਗਾ। ਪਰ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀਆਂ ਪਾਰਟੀਆਂ ਬਹੁਤ ਪਿੱਛੇ ਜਾ ਰਹੀਆਂ ਪ੍ਰਤੀਤ ਹੁੰਦੀਆਂ, ਉਹਨਾਂ ਨੂੰ ਨਵਾਂ ਪਸਲੇਟਾ ਲੈਣਾ ਪਊਗਾ। ਉਹਨਾਂ ਨੂੰ ਨਵੇਂ ਤੌਰ ਦੀ ਰਾਜਨੀਤੀ ਕਰਨੀ ਪਊਗੀ। ਉਹਨਾਂ ਨੂੰ ਨਵੇਂ ਦੌਰ ਦੇ ਵਿੱਚ ਆਉਣਾ ਪਊਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਰਾਜਨੀਤੀ ਚੱਲਦੀ ਰਹੀ ਹੈ ਵੀ 4 ਸਾਢੇ 4 ਸਾਲ ਬਿਲਕੁਲ ਚੁੱਪ ਕਰਕੇ ਬੈਠੇ ਰਹੋ ਤੇ ਬਾਅਦ ਦੇ ਵਿੱਚ ਆਪਾਂ ਅਗਲਾ ਕੋਈ ਨਾ ਕੋਈ ਪ੍ਰੋਗਰਾਮ ਉਲੀਕਦੇ ਹਾਂ, ਉਹ ਰਾਜਨੀਤੀ ਗਈ। ਸਮਾਂ ਬਿਆਨ ਕਰੂਗਾ ਕਿ ਨਵੀਂ ਪਾਰਟੀ ਜਿਹੜੀ ਚੁਣੀ ਗਈ ਆ ਉਹ ਲੋਕਾਂ ਦੀ ਉਮੀਦ ਦੇ ਉੱਤੇ ਕਿੰਨਾ ਖਰਾ ਉਤਰਦੀ ਹੈ। ਜਿਹੜੀ ਪਹਿਲੀ ਵੱਡੀ ਦੁਖਦਾਈ ਖਬਰ ਹੈ ਉਹ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਨਾਲ ਹੀ ਜੁੜੀ ਹੋਈ ਹੈ। ਕਿਉਂਕਿ ਪੁਲਿਸ ਦੇ ਵੱਲੋਂ ਹਰ ਰੋਜ਼ ਨਵੇਂ ਤੋਂ ਨਵੇਂ ਖੁਲਾਸੇ ਕੀਤੇ ਜਾ ਰਹੇ ਆ। ਹੁਣ ਪੁਲਿਸ ਦੇ ਵੱਲੋਂ ਇੱਕ ਆਡੀਓ ਰਿਕਾਰਡਿੰਗ ਦੀ ਗੱਲ ਵੀ ਕਹੀ ਗਈ ਹੈ। ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ, ਪਰ ਇਹ ਪਤਾ ਲੱਗਾ ਜੀ ਕਿ ਮੋਹਾਲੀ ਪੁਲਿਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਸੈਂਪਲ ਲਿਆ ਗਿਆ, ਨਮੂਨਾ ਲਾਇਆ ਗਿਆ, ਤਾਂ ਜੋ ਉਸ 1.25 ਮਿੰਟ 1.5 ਮਿੰਟ ਦੀ ਆਡੀਓ ਕਲਿੱਪ ਜਿਹੜੀ ਕਿ ਦੱਸੀ ਜਾ ਰਹੀ ਹੈ ਕਿ ਸ਼ਾਰਪ ਸ਼ੂਟਰ ਤੇ ਲਾਰੈਂਸ ਬਿਸ਼ਨੋਈ ਦੀ ਆਪਸ ਦੇ ਵਿੱਚ ਵਾਰਤਾਲਾਪ ਦਾ ਕਿੱਸਾ ਉਹਦੇ ਨਾਲ ਆਵਾਜ਼ ਮਿਲਾ ਕੇ ਦੇਖੀ ਜਾਊਗੀ। ਇਹ ਵਕਤ ਦੱਸੂਗਾ ਵੀ ਭਾਈ ਆਵਾਜ਼ ਮੇਲ ਖਾਂਦੀ ਹੈ ਜਾਂ ਨਹੀਂ ਖਾਂਦੀ। ਪਰ ਇਹਦੇ ਵਿੱਚ ਇਹ ਜਾਣਕਾਰੀ ਜ਼ਰੂਰ ਹੈ ਵੀ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਫੋਨ ਕਰਦਾ, ਉਹ ਇਹ ਗੱਲ ਕਹਿੰਦਾ ਕਿ ਗਿਆਨੀ ਗੱਡੀ ਚਾੜਤਾ। ਉਹ ਅੱਗੋਂ ਸੁਣਨ ਵਾਲਾ ਕਹਿੰਦਾ ਵੀ ਹੈ ਗੱਲ ਸਮਝ ਨਹੀਂ ਲੱਗੀ। ਉਹ ਫਿਰ ਕਹਿੰਦਾ ਗਿਆਨੀ ਗੱਡੀ ਚਾੜਤਾ, ਗਿਆਨੀ ਗੱਡੀ ਚਾੜਤਾ, ਉਹ ਮੂਸੇਵਾਲਾ ਮਾਰਤਾ। ਉਹ ਕਹਿੰਦਾ ਅੱਛਾ ਮੂਸੇਵਾਲਾ ਮਾਰਤਾ, ਚੱਲ ਫਿਰ ਫੋਨ ਕੱਟ, ਤੇ ਉਹ ਅੱਗੋਂ ਫੋਨ ਕੱਟ ਦਿੰਦਾ। ਇਹ ਗੱਲ ਕਹੀ ਜਾ ਰਹੀ ਹੈ ਕਿ ਮੂਸੇਵਾਲੇ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਇਹ ਕਾਲ ਕੀਤੀ ਗਈ ਜੇਲ੍ਹ ਦੇ ਵਿੱਚ, ਤੇ ਜਿਹਦੇ ਤੋਂ ਬਾਅਦ ਇਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਰਿਕਾਰਡ ਹੋਈ ਹੈ। ਇਹ ਹੁਣ ਕਿਵੇਂ 1.25 ਮਿੰਟ 1.5 ਮਿੰਟ ਦੀ ਇਹ ਆਡੀਓ ਰਿਕਾਰਡ ਜਿਹੜੀ ਉਹ ਸਾਹਮਣੇ ਆਈ ਹੈ, ਇਹ ਕਿਵੇਂ ਉੱਭਰ ਕੇ ਸਾਹਮਣੇ ਆਈ, ਕਿਵੇਂ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਜਾਂ ਇਹਦੇ ਬਾਬਤ ਕਿਵੇਂ ਵੇਰਵੇ ਹੁਣ ਤੱਕ ਨਸ਼ਰ ਹੋਏ ਆ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਮਿਲੂਗੀ। ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਤੇ ਜੋ ਕੁਝ ਲੰਘੇ ਵੇਲੇ ਦੇ ਵਿੱਚ ਹੋਇਆ ਵਾਪਰਿਆ, ਇਹ ਸੱਚੀ ਮੁੱਚੀ ਦੁਖਦਾਈ ਆ। ਅਸੀਂ ਕੱਲ੍ਹ ਵੀ ਇਹ ਗੱਲ ਕਹੀ ਸੀ, ਭਾਵੇਂ ਕੋਈ ਸਧਾਰਨ ਬੰਦਾ ਕਿਸੇ ਗੈਂਗਸਟਰ ਦੇ ਵੱਲੋਂ ਮਾਰਿਆ ਜਾਂਦਾ ਤੇ ਭਾਵੇਂ ਪੁਲਿਸ ਕਰਮਚਾਰੀਆਂ ਦੇ ਵੱਲੋਂ ਗੈਂਗਸਟਰ ਮਾਰੇ ਜਾਂਦੇ ਆ, ਮਾਵਾਂ ਦਾ ਕੋਈ ਕਸੂਰ ਨਹੀਂ, ਪਿਤਾ ਦਾ ਕੋਈ ਕਸੂਰ ਨਹੀਂ, ਭੈਣਾਂ ਦਾ ਕੋਈ ਕਸੂਰ ਨਹੀਂ, ਪਰਿਵਾਰ ਦੇ ਬਾਕੀ ਜੀਆਂ ਦਾ ਕੋਈ ਕਸੂਰ ਨਹੀਂ। ਕੋਈ ਮਾਂ ਨਹੀਂ ਚਾਹੁੰਦੀ ਕਿ ਉਹਦਾ ਪੁੱਤ ਗੈਂਗਸਟਰ ਬਣੇ। ਕੋਈ ਬਾਪ ਨਹੀਂ ਚਾਹੁੰਦਾ ਜੀ ਕਿ ਉਹਨਾਂ ਦੇ ਸਿਰ ਦੇ ਉੱਤੇ ਬਦਨਾਮੀ ਦੀ ਪੰਡ ਰੱਖੀ ਜਾਵੇ। ਸੋ ਜਵਾਨੀ ਨੂੰ ਮੋੜ ਕੱਟਣਾ ਚਾਹੀਦਾ। ਜਵਾਨੀ ਜਿਹੜੀ ਆ ਉਹ ਗਲਤ ਰਾਹ ਦੇ ਉੱਤੇ ਤੁਰੀ ਹੋਈ, ਉਹਨੂੰ ਸਿੱਧੇ ਰਾਹ ਦੇ ਉੱਤੇ ਆਉਣਾ ਚਾਹੀਦਾ। ਲੰਘੇ ਕੱਲ ਇਹ ਵੀ ਪਤਾ ਲੱਗਾ ਵੀ ਪੁਲਿਸ ਦੇ ਕੋਲੇ ਅੰਕਿਤ ਸੇਰਸਾ ਜਿਹੜਾ ਕਿ 19 ਸਾਲ ਦੀ ਉਮਰ ਦਾ ਸ਼ਾਰਪ ਸ਼ੂਟਰ ਹੈ, ਜਿਹਨੇ ਕਿ ਪਹਿਲਾ ਮਰਡਰ ਕੀਤਾ ਸਿੱਧੂ ਮੂਸੇਵਾਲੇ ਦੇ ਰੂਪ ਦੇ ਵਿੱਚ, ਉਹਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਕਤਲ ਕਰ ਦਿੱਤਾ ਉਸ ਤੋਂ ਬਾਅਦ ਸਾਡਾ ਫੋਨ ਵੀ ਨਹੀਂ ਚੱਕਿਆ ਗੋਲਡੀ ਨੇ। ਉਹਨੇ ਇਹ ਗੱਲ ਕਹੀ ਹੈ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਮੂੰਹ ਮੰਗੀ ਰਕਮ ਦੇਵਾਂਗੇ, ਤੇ ਪ੍ਰਿਆਵਰਤ ਫੌਜੀ ਦੇ ਵੱਲੋਂ ਤੇ ਕਸ਼ਿਸ਼ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 1 ਕਰੋੜ ਰੁਪਏ ਦਾ ਵਾਅਦਾ ਹੋਇਆ ਸੀ, 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਮਿਲੀ ਸੀ ਤੇ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ।
ਅੰਕਿਤ ਸ਼ੇਰਸਾ ਦਾ ਇਹ ਕਹਿਣਾ। ਯਾਨੀ ਕਿ 19 ਸਾਲ ਦੀ ਉਮਰ ਦੇ ਵਿੱਚ ਅੰਕਿਤ ਵਰਗੇ ਉਹ ਮੁੰਡੇ ਜਿਹੜੇ ਕਿ ਇੰਨਾ ਵੱਡਾ ਗੁਨਾਹ ਕਰਦੇ ਆ, ਉਹਨਾਂ ਦੇ ਮਾਪੇ ਕੀ ਇਹ ਗੱਲ ਸੋਚਦੇ ਹੋਣਗੇ ਵੀ ਸਾਡੇ ਪੁੱਤ ਨੇ ਬਹੁਤ ਵੱਡਾ ਕਮਾਲ ਦਾ ਕੰਮ ਕੀਤਾ, ਉਹਦੇ ਮਾਪੇ ਵੀ ਵਿਲਕਦੇ ਹੋਣਗੇ। ਪਰ ਗੱਲ ਇਹ ਹੈ ਵੀ ਜਦੋਂ ਅਸੀਂ ਕਿਸੇ ਦੇ ਕਹਿਣੇ ਦੇ ਵਿੱਚ ਨਹੀਂ ਤੇ ਜਵਾਨੀ ਗਲਤ ਰਾਹ ਦੇ ਉੱਤੇ ਤੁਰਦੀ ਹੈ ਤਾਂ ਹਸ਼ਰ ਉਹਦਾ ਮਾੜਾ ਹੁੰਦਾ। ਇਸ ਕਰਕੇ ਬੇਨਤੀ ਹੈ ਕਿ ਜਵਾਨੀ ਮੁੱਖ ਧਾਰਾ ਦੇ ਵਿੱਚ ਆਵੇ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਸੰਬੰਧਿਤ ਹਰ ਰੋਜ਼ ਨਵੀਆਂ ਖਬਰਾਂ ਆ ਰਹੀਆਂ ਕਿ ਉਹਨਾਂ ਦੀ ਜਾਨ ਨੂੰ ਖਤਰਾ। ਅਸੀਂ ਕੱਲ੍ਹ ਵੀ ਖਬਰੇ ਸਾਂਝੀ ਕੀਤੀ ਸੀ। ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਮਾਪੇ ਉਹਦੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਹਰ ਕੋਈ ਚੜ੍ਹਦੀ ਕਲਾ ਦੇ ਵਿੱਚ ਰਹੇ, ਇਹਦੀ ਕਾਮਨਾ ਕਰਦੇ ਹਾਂ। ਪਰ ਪੁਲਿਸ ਨੂੰ ਆਪਣੀ ਚੌਕਸੀ ਤੇ ਪੁਲਿਸ ਨੂੰ ਆਪਣਾ ਕੰਮ ਵਧਾਉਣਾ ਪੈਣਾ, ਕਿਉਂਕਿ ਪੰਜਾਬ ਦੀ ਪੁਲਿਸ, ਦਿੱਲੀ ਦੀ ਪੁਲਿਸ ਜਾਂ ਕਿਸੇ ਵੀ ਹੋਰ ਸੂਬੇ ਦੀ ਪੁਲਿਸ ਹੋਵੇ, ਉਹਦੇ ਤੋਂ ਉਮੀਦਾਂ ਬਹੁਤ ਸਾਰੀਆਂ ਨੇ, ਪਰ ਕਈ ਵਾਰ ਉਮੀਦਾਂ ਤਿਲਕਦੀਆਂ ਤੇ ਕਈ ਵਾਰ ਉਮੀਦਾਂ ਨੂੰ ਬੂਰ ਵੀ ਲੱਗਦਾ। ਇਨਸਾਫ ਵੇਲੇ ਸਿਰ ਮਿਲੇ। ਹਾਲਾਂਕਿ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਨਸਾਫ ਤਾਂ ਦੇ ਵੀ ਦਿੱਤਾ, ਕਿਉਂਕਿ 2 ਜਣੇ ਮਾਰ ਦਿੱਤੇ ਆ, 3 ਜਣੇ ਦਿੱਲੀ ਦੀ ਪੁਲਿਸ ਦੇ ਵੱਲੋਂ ਫੜੇ ਹੋਏ ਆ, ਇੱਕ ਦੀ ਭੈੜ ਦੱਬੀ ਜਾ ਰਹੀ ਹੈ ਜਿਹੜਾ ਕਿ ਫਰਾਰ ਹੈ, ਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਉਹਨੂੰ ਵੀ ਅਸੀਂ ਛੇਤੀ ਗ੍ਰਿਫਤਾਰ ਕਰ ਲੈਣਾ। ਪਰ ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਿਸੇ ਹੋਰ ਬੇਕਸੂਰ ਦੀ ਜਾਨ ਨਹੀਂ ਜਾਊਗੀ? ਕੀ ਪੰਜਾਬ ਦੇ ਵਿੱਚ ਕਿਸੇ ਹੋਰ ਬੇਕਸੂਰ ਦਾ ਕਤਲ ਨਹੀਂ ਹੋਊਗਾ? ਇਹ ਗੱਲ ਆਉਂਦੇ ਸਮੇਂ ਦੇ ਉੱਤੇ ਨਿਰਭਰ ਕਰਦੀ ਹੈ। ਅਸੀਂ ਤਾਂ ਅਰਦਾਸ ਹੀ ਕਰਦੇ ਹਾਂ ਵੀ ਇਹੋ ਜਿਹਾ ਪੰਜਾਬ ਦੇ ਵਿੱਚ ਕਦੇ ਕੋਈ ਵਰਤਾਰਾ ਨਾ ਹੋਵੇ। ਲੰਘੇ ਕੱਲ੍ਹ ਰਾਜਾ ਵੜਿੰਗ ਨੇ ਵੀ ਪੰਜਾਬ ਦੀ ਪੁਲਿਸ ਨੂੰ ਸਵਾਲ ਕੀਤੇ ਆ ਕਿ ਤੁਸੀਂ ਭਾਈ ਸਿੱਧੂ ਮੂਸੇਵਾਲੇ ਦੇ ਬਾਪ ਦੀ ਸੁਰੱਖਿਆ ਯਕੀਨੀ ਬਣਾਓ, ਮਾਪਿਆਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ। ਪੁਲਿਸ ਨੂੰ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ, ਉਹਨਾਂ ਲੋਕਾਂ ਦੀ ਛਾਣਬੀਣ ਹੋਣੀ ਚਾਹੀਦੀ ਹੈ ਜਿਹੜੇ ਲੋਕ ਕਿ ਹੁਣ ਬਲਕੌਰ ਸਿੰਘ ਹੋਰਾਂ ਨੂੰ ਵੀ ਧਮਕੀਆਂ ਦੇ ਰਹੇ, ਜਾਨੋਂ ਮਾਰਨ ਦੀਆਂ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਪੰਜਾਬ ਦੀ ਪੁਲਿਸ ਨੇ ਜੇਕਰ ਹੁਣ ਚੌਕਸੀ ਵਰਤੀ ਤਾਂ ਹੋ ਸਕਦਾ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਜੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਦੇ ਵੱਲੋਂ, ਸ਼ਾਰਪ ਸ਼ੂਟਰਾਂ ਦੇ ਵੱਲੋਂ ਨਵੇਂ ਖੁਲਾਸੇ ਕੀਤੇ ਜਾ ਰਹੇ ਆ, ਤੇ ਫਿਰ ਕਰਾਂਗੇ ਟਿੱਪਣੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ ਨੇ ਤਿਹਾੜ ਜੇਲ੍ਹ ਦੇ ਵਿੱਚ ਬੈਠੇ ਮਾਸਟਰਮਾਈਂਡ ਲਾਰੈਂਸ ਨੂੰ ਕਾਲ ਕੀਤੀ, ਜਿਹਦੀ 1.5 ਮਿੰਟ ਦੀ ਕਾਲ ਸਾਹਮਣੇ ਆਈ ਹੈ। ਇਹਦੇ ਵਿੱਚ ਲਾਰੈਂਸ ਨੂੰ ਫੋਨ ਕਰਕੇ ਉਹ ਕਹਿ ਰਿਹਾ ਕਿ ਗਿਆਨੀ ਗੱਡੀ ਚਾੜਤਾ, ਮੂਸੇਵਾਲਾ ਮਾਰਤਾ। ਸ਼ੂਟਰ ਲਾਰੈਂਸ ਨੂੰ ਮਿਸ਼ਨ ਕਾਮਯਾਬ ਹੋਣ ਦੀ ਜਾਣਕਾਰੀ ਦਿੰਦੇ ਹੋਏ ਉਹ ਵਧਾਈ ਵੀ ਦੇ ਰਿਹਾ। ਇਸ ਕਾਲ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਵਿੱਚ ਗੈਂਗਸਟਰ ਲਾਰੈਂਸ ਦਾ ਵੌਇਸ ਸੈਂਪਲ ਲਿਆ, ਜਿਸ ਦੇ ਜ਼ਰੀਏ ਉਸ ਦੀ ਆਵਾਜ਼ ਨੂੰ ਇਸ ਰਿਕਾਰਡਿੰਗ ਨਾਲ ਮੈਚ ਕੀਤਾ ਜਾਵੇਗਾ। ਤੇ ਇਸ ਰਿਕਾਰਡਿੰਗ ਦੀ ਹਾਲ ਦੀ ਘੜੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਜਿਸ ਤਰੀਕੇ ਦੇ ਨਾਲ ਇਹ ਸਾਹਮਣੇ ਖਬਰ ਆਈ ਹੈ, ਇਸ ਖਬਰ ਤੋਂ ਬਾਅਦ ਬਹੁਤ ਸਾਰੇ ਸਵਾਲ ਨਵੇਂ ਉੱਠਦੇ ਨੇ। ਇਸ ਗੱਲਬਾਤ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜੀ ਕਿ ਜੇਲ੍ਹਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੋਨ ਚੱਲਦੇ ਨੇ, ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਦੇ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਕਤਲ ਕਰਨ ਤੋਂ ਬਾਅਦ ਇੱਕ ਦੂਜੇ ਨਾਲ ਜਸ਼ਨ ਮਨਾਉਣ ਦੀ ਗੱਲ ਵੀ ਹੁੰਦੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਉਹ ਆਵਾਜ਼ ਲਾਰੈਂਸ ਦੀ ਹੈ ਜਾਂ ਕਿਸੇ ਹੋਰ ਦੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਨੇ ਅਤੀਤ ਦੇ ਵਿੱਚ ਬਹੁਤ ਮਾੜਾ ਵੇਲਾ ਆਪਦੇ ਪਿੰਡੇ ਦੇ ਉੱਤੇ ਹੰਢਾਇਆ। ਜਦੋਂ ਤੱਕ ਪੰਜਾਬ ਤਾਬੇ ਆਇਆ ਉਸ ਤੋਂ ਬਾਅਦ ਗੈਂਗਸਟਰਾਂ ਦਾ ਕੰਮ ਚੱਲ ਪਿਆ, ਤੇ ਪਿਛਲੇ 1.5 ਦਹਾਕੇ ਦੇ ਵਿੱਚ ਗੈਂਗਸਟਰਾਂ ਦਾ ਕੰਮ ਕਿਸ ਤਰੀਕੇ ਨਾਲ ਵਧਿਆ, ਤੇ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਗੈਂਗਸਟਰਾਂ ਨੇ ਕਿਸ ਤਰੀਕੇ ਨਾਲ ਫਰੌਤੀਆਂ ਲੈਣੀਆਂ ਸ਼ੁਰੂ ਕੀਤੀਆਂ, ਕਿਵੇਂ ਬੰਦੇ ਬਰਬਾਉਣੇ ਸ਼ੁਰੂ ਕੀਤੇ, ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਦੇ ਕਰਕੇ ਸਾਰਾ ਕੁਝ ਹੋਇਆ। ਇਹਦੇ ਬਾਰੇ ਆਪਾਂ ਸਮਝ ਸਕਦੇ ਹਾਂ ਵੀ ਕੌਣ ਇਸ ਮਾਮਲੇ 'ਚ ਕਿਵੇਂ ਜੁੜਿਆ ਹੋਣਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੇ ਗੈਂਗਸਟਰ ਸਾਡੇ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਪੈਦਾ ਕੀਤੇ ਹੋਏ ਆ। ਬੂਥਾਂ ਦੇ ਉੱਤੇ ਕਬਜ਼ੇ ਕਰਵਾਉਣ ਦੇ ਲਈ ਉਹ ਇਹ ਪੈਦਾ ਕਰਦੇ ਰਹੇ ਆ। ਵੱਖ-ਵੱਖ ਥਾਵਾਂ ਦੇ ਉੱਤੇ ਗੁੰਡਾਗਰਦੀ ਕਰਵਾਉਣ ਦੇ ਲਈ, ਕਬਜ਼ੇ ਲੈਣ ਦੇ ਲਈ ਉਹ ਇਹਨਾਂ ਦਾ ਸਹਾਰਾ ਲੈਂਦੇ ਰਹੇ ਆ। ਪਰ ਇੱਕ ਦਿਨ ਉਹ ਇਸ ਤੋਂ ਆਪ ਅੱਡ ਹੋ ਗਏ, ਤੇ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੇ ਇਸ ਬਲਦੀ ਦੇ ਵਿੱਚ ਪਾਇਆ ਸੀ ਉਹਨਾਂ ਦੇ ਵੱਲੋਂ ਵਾਪਸ ਨਹੀਂ ਮੁੜਿਆ ਗਿਆ, ਜਿਹਦੇ ਕਰਕੇ ਉਹ ਜੁਰਮ ਦੀ ਦੁਨੀਆ ਦੇ ਵਿੱਚ ਅੱਗੇ ਤੋਂ ਅੱਗੇ ਵਧਦੇ ਰਹੇ। ਤੇ ਬਾਅਦ ਦੇ ਵਿੱਚ ਉਹ ਗੈਂਗਸਟਰ ਐਸੇ ਬਣੇ ਕਿ ਉਹਨਾਂ ਦੀ ਜਾਂ ਤਾਂ ਇਨਕਾਊਂਟਰ ਹੋਇਆ, ਤੇ ਜਾਂ ਫਿਰ ਉਹ ਜੇਲ੍ਹਾਂ ਦੇ ਵਿੱਚ ਹੈ, ਜਾਂ ਕੋਈ ਹੋਰ ਅਣਸੁਖਾਵੀਂ ਖਬਰ ਆਈ ਹੈ। ਸੋ ਪੰਜਾਬ ਦੀ ਜਵਾਨੀ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਥੋੜ੍ਹੀ ਖਾਣ ਦੇ ਵਿੱਚ ਯਕੀਨ ਰੱਖ ਲਈਏ, ਪਰ ਅਸੀਂ ਆਪਦੀ ਜ਼ਿੰਦਗੀ ਨੂੰ ਵੀ ਜ਼ੋਖਮ ਦੇ ਵਿੱਚ ਨਾ ਪਾਈਏ, ਤੇ ਕਿਸੇ ਦੀ ਜਾਨ ਲੈਣ ਦਾ ਵੀ ਸਾਨੂੰ ਕੋਈ ਅਧਿਕਾਰ ਨਹੀਂ। ਸਾਡੀਆਂ ਆਪਸ ਦੇ ਵਿੱਚ ਲੜਾਈਆਂ ਕਿਹੜੀਆਂ? ਸਵਾਲ ਤਾਂ ਸਭ ਤੋਂ ਵੱਡਾ ਇਹ ਆ, ਲੜਾਈਆਂ ਕੀ ਹੈ? ਨੱਕ ਦਾ ਰੌਲਾ। ਲੜਾਈਆਂ ਕੀ ਆ? ਮੇਰਾ ਗਰੁੱਪ ਵੱਡਾ ਹੋ ਜੇ, ਇਸ ਗੱਲ ਦਾ ਰੌਲਾ। ਪਰ ਆਪਣੇ ਮਾਂ-ਬਾਪ ਦੇ ਵੱਲ, ਆਪਦੇ ਟੱਬਰ ਦੇ ਜੀਆਂ ਦੇ ਵੱਲ ਜ਼ਰੂਰ ਝਾਤ ਮਾਰਨੀ ਚਾਹੀਦੀ ਆ। ਇਹ ਸਾਰਿਆਂ ਦੇ ਉੱਤੇ ਗੱਲ ਲਾਗੂ ਹੁੰਦੀ ਆ, ਉਹ ਸਭ ਦੇ ਉੱਤੇ, ਭਾਵੇਂ ਕਿਸੇ ਵੀ ਖੇਤਰ ਨਾਲ ਕੋਈ ਵੀ ਜੁੜਿਆ ਕਿਉਂ ਨਾ ਹੋਵੇ। ਸਾਨੂੰ ਆਪਦੇ ਟੱਬਰ ਦੇ ਵੱਲ ਦੇਖਣਾ ਚਾਹੀਦਾ ਜੀ ਕਿ ਅਸੀਂ ਕਿੱਥੋਂ ਉੱਠੇ ਹਾਂ, ਅਸੀਂ ਕੀ ਹਾਂ, ਸਾਡਾ ਕੀ ਹਸ਼ਰ ਹੋਊਗਾ ਜੇਕਰ ਅਸੀਂ ਗਲਤ ਕੰਮ ਕਰਦੇ ਹਾਂ, ਅਸੀਂ ਕਿਸ ਤਰੀਕੇ ਦੇ ਨਾਲ ਮੁੱਖ ਧਾਰਾ ਦੇ ਵਿੱਚ ਆਉਣਾ, ਕੀ ਸਾਡੀਆਂ ਗਲਤੀਆਂ ਤੇ ਕੀ ਸਾਡੀਆਂ ਪ੍ਰਾਪਤੀਆਂ, ਇਹਦੇ ਬਾਰੇ ਜ਼ਰੂਰ ਸਵੈ ਚਿੰਤਨ ਹੋਣਾ ਚਾਹੀਦਾ। ਹੁਣ ਜਿਹੜੇ ਮੁੰਡਿਆਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਜਾਂ ਇਸ ਤੋਂ ਪਹਿਲਾਂ ਜਿਹਨੇ ਵੀ ਜਿਹੜਾ ਕਤਲ ਕੀਤਾ, ਉਸ ਤੋਂ ਬਾਅਦ ਉਹਨਾਂ ਦਾ ਕੀ ਹਸ਼ਰ ਹੋਇਆ ਆਪਾਂ ਜਾਣਦੇ ਹਾਂ। ਪਰ ਗੱਲ ਇਹ ਆ ਵੀ ਉਹਨਾਂ ਮਾਪਿਆਂ ਦੇ ਵੱਲ ਜਦੋਂ ਖੜ ਕੇ ਦੇਖਦੇ ਆ, ਭਾਵੇਂ ਉਹ ਬੇਕਸੂਰ ਦੇ ਮਾਪੇ ਹੋਣ ਜਿਹਦਾ ਪੁੱਤ ਮਾਰ ਦਿੱਤਾ ਗਿਆ, ਭਾਵੇਂ ਗੈਂਗਸਟਰਾਂ ਦੇ ਮਾਪੇ ਹੋਣ ਜਿਨ੍ਹਾਂ ਦੇ ਬਾਅਦ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ,
ਤੇ ਬਾਅਦ ਦੇ ਵਿੱਚ ਮਾਪੇ ਆ ਜਿਹੜੇ ਉਹ ਇਹੀ ਗੱਲ ਕਹਿੰਦੇ ਆ ਵੀ ਭਾਈ ਅਸੀਂ ਆਪਦੇ ਧੀ ਪੁੱਤ ਨੂੰ ਇਸ ਕਰਕੇ ਨਹੀਂ ਪਾਲਦੇ ਵੀ ਭਾਈ ਸਾਡਾ ਬੁਢਾਪਾ ਰੁੜ ਜੇ। ਹੁਣ ਜਿਹੜੇ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ, ਅੱਧੀ ਰਾਤ ਨੂੰ ਜਿਹੜਾ ਸੰਸਕਾਰ ਕੀਤਾ ਗਿਆ, ਭਾਵੇਂ ਗੁੱਸੇ ਦੀ ਗੱਲ ਕਰ ਲਓ ਮਨਪ੍ਰੀਤ ਮੰਨੂ ਦੀ, ਤੇ ਭਾਵੇਂ ਗੱਲ ਕਰ ਲਓ ਜਗਰੂਪ ਰੂਪੇ ਦੀ, ਇਹਨਾਂ ਦਾ ਅੱਧੀ ਰਾਤ ਨੂੰ ਸੰਸਕਾਰ ਕੀਤਾ ਗਿਆ। ਸਮਝ ਸਕਦੇ ਵੀ ਮਾਪਿਆਂ ਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ। ਬੇਨਤੀ ਹੱਥ ਜੋੜ ਕੇ ਇਹੀ ਆ ਕਿ ਮੁੱਖ ਧਾਰਾ ਦੇ ਵਿੱਚ ਆ ਜਾਓ ਤੇ ਰਾਜਾ ਵੜਿੰਗ ਨੇ ਤੇ ਬਾਕੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਨੇ, ਮੀਤ ਹੇਅਰ ਨੇ, ਹੋਰ ਵੱਖ-ਵੱਖ ਨੇਤਾਵਾਂ ਨੇ ਸਮੇਂ-ਸਮੇਂ ਤੇ ਇਹੀ ਅਪੀਲ ਕੀਤੀ ਹੈ ਕਿ ਜੋ ਕੁਝ ਹੋ ਗਿਆ, ਹਥਿਆਰ ਛੱਡ ਕੇ ਤੇ ਸਰੈਂਡਰ ਕਰਕੇ ਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਜਾਵੇ। ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਜੇਲਾਂ ਸ਼ਬਦ ਜਦੋਂ ਜ਼ਿਹਨ ਦੇ ਵਿੱਚ ਆਉਂਦਾ ਤੇ ਬਹੁਤ ਸਾਰੇ ਸਵਾਲ ਵੀ ਖੜੇ ਹੁੰਦੇ ਆ। ਜੇਲਾਂ ਭਾਵੇਂ ਪੰਜਾਬ ਦੀਆਂ ਹੋਣ, ਭਾਵੇਂ ਦਿੱਲੀ ਵਾਲੀਆਂ, ਭਾਵੇਂ ਕਿਸੇ ਹੋਰ ਸੂਬੇ ਦੀਆਂ ਹੋਣ, ਜੇਲਾਂ ਦੇ ਵਿੱਚ ਕੀ ਨਹੀਂ ਚੱਲਦਾ ਇਹ ਵੀ ਸਵਾਲ ਉੱਠਦੇ ਆ ਤੇ ਜੇਲਾਂ ਦੇ ਵਿੱਚ ਕੀ ਚੱਲੀ ਜਾਂਦਾ ਸਵਾਲ ਇਹ ਵੀ ਆ। ਜੇਲਾਂ ਗਰੀਬ ਬੰਦਿਆਂ ਲਈ ਕਿਵੇਂ ਆ ਤੇ ਅਮੀਰਾਂ ਲਈ ਕਿਵੇਂ ਆ, ਕਦੇ ਇਹ ਵੀ ਸਵਾਲ ਉੱਠਦੇ ਆ। ਕਈ ਲੋਕ ਜੇਲਾਂ ਦੇ ਵਿੱਚੋਂ ਬਾਹਰ ਆ ਕੇ ਗੱਲ ਦੱਸਦੇ ਆ ਕਿ ਬਾਈ ਜੀ ਅਸੀਂ ਜਾਂ ਸਾਡੇ ਵਰਗੇ ਹੋਰ ਜਿਹੜੇ ਮਾਤੜ ਆ ਉਹਨਾਂ ਨੂੰ ਹੋਰ ਤਰੀਕੇ ਦਾ ਉੱਥੇ ਟ੍ਰੀਟਮੈਂਟ ਮਿਲਦਾ ਤੇ ਜਿਹੜੇ ਲੋਕ ਅਮੀਰ ਆ ਤੇ ਉਹਨਾਂ ਦੇ ਲਈ ਉੱਥੇ 5 ਤਾਰਾ ਹੋਟਲਾਂ ਵਰਗੀਆਂ ਸਹੂਲਤਾਂ। ਇਹ ਗੱਲ ਮੇਰੇ ਜ਼ਿਹਨ ਦੇ ਵਿੱਚ ਇਸ ਕਰਕੇ ਆ ਰਹੀ ਹੈ ਕਿਉਂਕਿ ਸੁਕੇਸ਼ ਚੰਦਰ ਸ਼ੇਖਰ ਨਾਂ ਦਾ ਇੱਕ ਠੱਗ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ। ਉਹਨੇ ਕੋਈ ਲੱਖਾਂ ਰੁਪਈਆ ਨਹੀਂ, ਉਹਨੇ ਕਰੋੜਾਂ ਤੇ ਪਤਾ ਨਹੀਂ ਕਿੰਨੇ ਕਰੋੜਾਂ ਰੁਪਈਆ ਹੁਣ ਤੱਕ ਆਲੇ ਦੁਆਲੇ ਠੱਗਿਆ। ਰਾਜਨੀਤਿਕ ਲੋਕ ਵੀ ਠੱਗੇ ਆ, ਬਾਲੀਵੁੱਡ ਵਾਲੇ ਵੀ ਠੱਗੇ ਆ, ਹੋਰ ਵਪਾਰੀ ਵੀ ਠੱਗੇ ਆ ਤੇ ਪਤਾ ਨਹੀਂ ਕਿੱਥੇ ਕਿਵੇਂ ਉਹਨੇ ਠੱਗੀਆਂ ਮਾਰੀਆਂ। ਹੁਣ ਜਦੋਂ ਪੁਲਿਸ ਦੇ ਟੇਟੇ ਆਇਆ, ਜਦੋਂ ਪੁਲਿਸ ਦੇ ਅੜਿੱਕੇ ਆ ਗਿਆ, ਜੇਲ੍ਹ ਦੇ ਵਿੱਚ ਚਲਾ ਗਿਆ ਤੇ ਜੇਲ੍ਹ ਦੇ ਵਿੱਚ ਉਹ 1.5 ਕਰੋੜ ਰੁਪਈਆ 1 ਮਹੀਨੇ ਦਾ ਜੇਲ੍ਹ ਦੇ ਅਧਿਕਾਰੀਆਂ ਨੂੰ ਵੰਡਦਾ ਰਿਹਾ। ਇਹ ਉਹਦੇ ਵਕੀਲ ਨੇ ਜਾਣਕਾਰੀ ਦਿੱਤੀ ਆ। ਇਸ ਮਾਮਲੇ ਦੇ ਵਿੱਚ ਹੁਣ ਤੱਕ ਦਰਜਨਾਂ ਦੀ ਗਿਣਤੀ ਦੇ ਵਿੱਚ ਜੇਲ੍ਹ ਅਧਿਕਾਰੀ ਆ ਜਿਹੜੇ ਉਹ ਕਾਨੂੰਨ ਦੀ ਕੁੜਕੀ ਦੇ ਵਿੱਚ ਆਏ ਆ, ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ, ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਦਿੱਲੀ ਦੀਆਂ ਜੇਲ੍ਹਾਂ, ਕਿਉਂਕਿ ਦੇਖੋ ਤਿਹਾੜ ਜੇਲ੍ਹ ਦੇ ਡੀਜੀ ਦੇ ਉੱਤੇ ਦੋਸ਼ ਲੱਗੇ ਆ ਵੀ ਉਹਨੇ ਵੀ ਕਰੋੜਾਂ ਰੁਪਈਆ ਲਿਆ, ਹੋਰ ਵੀ ਕਈ ਅਧਿਕਾਰੀਆਂ ਦੇ ਉੱਤੇ ਥੱਲੜੇ ਤੋਂ ਲੈ ਕੇ ਉਤਲੇ ਤੱਕ ਦੋਸ਼ ਲੱਗੇ ਆ। ਜੇਕਰ ਤਿਹਾੜ ਜੇਲ੍ਹ, ਰੋਹਿਣੀ ਜੇਲ੍ਹ, ਹੋਰ ਜੇਲ੍ਹਾਂ ਦੇ ਵਿੱਚ ਜਿਹੜੇ ਬੈਠੇ ਆ ਇਸ ਵੇਲੇ ਮੁਲਜ਼ਮ ਜਾਂ ਮੁਜਰਿਮ ਤੇ ਉਹਨਾਂ ਦਾ ਆਹ ਬਿਆਨ ਆ, ਉਹਨਾਂ ਦਾ ਆਹ ਕਹਿਣਾ, ਤਾਂ ਫਿਰ ਬਾਕੀ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਕੀ ਨਹੀਂ ਹੁੰਦਾ ਹੋਊਗਾ, ਇਹਦੇ ਬਾਬਤ ਜ਼ਰੂਰ ਸੋਚਣਾ ਵਿਚਾਰਨਾ ਬਣਦਾ। ਸੋ ਜੇਲ੍ਹਾਂ ਹੈਗੀਆਂ ਤਾਂ ਸੁਧਾਰ ਘਰ ਆ, ਪਰ ਇਹਨਾਂ ਸੁਧਾਰ ਘਰਾਂ ਦੇ ਵਿੱਚ ਕੀ ਨਹੀਂ ਚੱਲਦਾ ਆਪਾਂ ਜਾਣਦੇ ਹਾਂ। ਜੇਲ੍ਹਾਂ ਨੂੰ ਕਹਿੰਦੇ ਤਾਂ ਇਹ ਆ ਕਿ ਇੱਥੇ ਬੰਦੇ ਨੂੰ ਬੰਦਾ ਬਣਨ ਦਾ ਮੌਕਾ ਮਿਲਦਾ, ਆਪਦੀ ਗਲਤੀ ਦੇ ਉੱਤੇ ਪਛਤਾਵਾ ਕਰਨ ਦਾ ਮੌਕਾ ਮਿਲਦਾ। ਪਰ ਜੇਲ੍ਹ ਦੇ ਵਿੱਚੋਂ ਬਾਹਰ ਆਏ ਲੋਕ ਕਿੰਨੇ ਕੁ ਮੁੱਖ ਧਾਰਾ ਦੇ ਵਿੱਚ ਆਉਂਦੇ ਆ ਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਬੰਦਾ ਜੁਰਮ ਦੀ ਦੁਨੀਆ ਤੋਂ ਪਰੇ ਹੁੰਦਾ ਜਾਂ ਫਿਰ ਬਿਲਕੁਲ ਜੁਰਮ ਦੀ ਦੁਨੀਆ ਦੇ ਵਿੱਚ ਧਾਸੀ ਜਾਂਦਾ। ਇਹਦੇ ਬਾਰੇ ਵੀ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਠੱਗ ਸੁਕੇਸ਼ ਚੰਦਰ ਸ਼ੇਖਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੇ ਵਕੀਲ ਦੇ ਰਾਹੀਂ ਖੁਲਾਸੇ ਕੀਤੇ ਗਏ ਨੇ ਉਹ ਹੈਰਾਨੀਜਨਕ ਨੇ, ਕਿਉਂਕਿ ਉਹਦੇ ਵਕੀਲ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਮਹੀਨੇ ਦਾ ਕਰੋੜਾਂ ਰੁਪਈਆ ਉਸ ਦੇ ਕਲਾਇੰਟ ਦੇ ਵੱਲੋਂ ਵੱਖ-ਵੱਖ ਜੇਲ੍ਹ ਅਧਿਕਾਰੀਆਂ ਨੂੰ ਸਹੂਲਤਾਂ ਬਦਲੇ ਦਿੱਤਾ ਗਿਆ। ਇਹਦੇ ਵਿੱਚ ਮਹਿੰਗੀ ਤੋਂ ਮਹਿੰਗੀ ਸ਼ਰਾਬ, 5 ਤਾਰਾ ਹੋਟਲ ਦੇ ਵਿੱਚੋਂ ਹਰ ਰੋਜ਼ ਭੋਜਨ, ਕਈ ਤਰ੍ਹਾਂ ਦਾ ਚਿਕਨ, ਉੱਥੇ 2 ਲੈਪਟਾਪ, ਉੱਥੇ ਵੱਖ-ਵੱਖ ਤਰ੍ਹਾਂ ਦੇ ਮੋਬਾਈਲ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਨ੍ਹਾਂ ਦਾ ਜ਼ਿਕਰ ਵੀ ਇਸ ਵੇਲੇ ਨਹੀਂ ਕੀਤਾ ਜਾ ਸਕਦਾ, ਉਹ ਵੀ ਮਿਲਦੀਆਂ ਰਹੀਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਦਿੱਲੀ ਦੀਆਂ ਵੱਡੀਆਂ ਸਖਤ ਸੁਰੱਖਿਆ ਵਾਲੀਆਂ ਜੇਲ੍ਹਾਂ ਜਿੱਥੇ ਕਿ ਗੈਂਗਸਟਰ ਵੀ ਬੈਠੇ ਨੇ ਤੇ ਹੋਰ ਵੀ ਬਹੁਤ ਸਾਰੇ ਲੋਕ, ਉਹਨਾਂ ਦੇ ਵਿੱਚ ਇਹ ਕੁਝ ਚੱਲਦਾ ਹੈ ਤਾਂ ਬਾਕੀ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਕੀ ਕੁਝ ਨਹੀਂ ਹੁੰਦਾ ਹੋਵੇਗਾ, ਇਹਦੇ ਬਾਰੇ ਅੰਦਾਜ਼ਾ ਲਾਉਣਾ ਸੌਖਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸੁਕੇਸ਼ ਚੰਦਰ ਸ਼ੇਖਰ ਦੇ ਵਕੀਲ ਦੇ ਵੱਲੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਮੇਰੇ ਕਲਾਇੰਟ ਦੇ ਪੈਸੇ ਨਾਲ ਮਨਆਈਆਂ ਕੀਤੀਆਂ ਗਈਆਂ ਤੇ ਜਿਸ ਤਰੀਕੇ ਦੇ ਨਾਲ ਸਹੂਲਤਾਂ ਦੇਣ ਦੇ ਬਦਲੇ ਮੇਰੇ ਕਲਾਇੰਟ ਦੇ ਕੋਲੋਂ ਮਨਚਾਹੀਆਂ ਪੈਸਿਆਂ ਦੀਆਂ ਪੰਡਾਂ ਵਸੂਲ ਕੀਤੀਆਂ ਗਈਆਂ, ਇਹ ਵੀ ਇੱਕ ਹੈਰਾਨੀਜਨਕ ਵਰਤਾਰਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਬੇਸ਼ੱਕ ਸੁਕੇਸ਼ ਚੰਦਰ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਜੇਲ੍ਹਾਂ ਦੇ ਵਿੱਚ ਮਿਲਦਾ ਬਹੁਤ ਕੁਝ ਹੈ ਤੇ ਜੇਲ੍ਹਾਂ ਦੇ ਵਿੱਚ ਇਹ ਵੀ ਗੱਲ ਕਹਿੰਦੇ ਵੀ ਸਭ ਕੁਝ ਵੀ ਮਿਲਦਾ। ਪਰ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹੈ ਵੀ ਜੇਲ੍ਹਾਂ ਦੇ ਵਿੱਚ ਜੇਕਰ ਇਹ ਸਾਰਾ ਕੁਝ ਮਿਲਦਾ, ਉੱਥੇ ਤੁਹਾਨੂੰ ਚਿਕਨ ਮਿਲਦਾ, ਉੱਥੇ ਦਾਰੂ ਮਿਲਦੀ ਆ, ਉੱਥੇ ਏਸੀ ਕਮਰੇ ਮਿਲਦੇ ਆ, ਮੀਟਿੰਗ ਕਰਨ ਦੇ ਮੌਕੇ ਮਿਲਦੇ ਆ, ਤੁਹਾਨੂੰ ਮੋਬਾਈਲ ਮਿਲਦੇ ਆ, ਲੈਪਟਾਪ ਮਿਲਦੇ ਆ, ਫਰਨੀਚਰ ਮਿਲਦਾ, ਤੇ ਫਿਰ ਇਹਨਾਂ ਨੂੰ ਜੇਲ੍ਹਾਂ ਕਿਹੜੀ ਗੱਲੋਂ ਕਹਿੰਦੇ, ਫਿਰ ਦਫ਼ਤਰ ਕਹਿਣਾ ਚਾਹੀਦਾ ਵੀ ਦਫ਼ਤਰ ਦੇ ਵਿੱਚ ਬੰਦਾ ਗਿਆ ਜੀ ਤੇ ਉਹ ਉੱਥੇ ਥੋੜ੍ਹੀ ਜਿਹੀ ਛੁੱਟੀ ਕੱਟਣ ਵਾਸਤੇ ਗਿਆ, ਇੰਜੋਏ ਕਰਨ ਗਿਆ। ਬਾਹਰ ਜਿਹੜਾ ਕੁਝ ਨਹੀਂ ਮਿਲਦਾ ਉਹ ਅੰਦਰ ਹਾਸਲ ਕਰਨ ਦੇ ਲਈ ਗਿਆ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਜੇਕਰ ਇੰਨੀਆਂ ਵੱਡੀਆਂ ਜੇਲ੍ਹਾਂ ਦੇ ਵਿੱਚ ਆਹ ਕੁਝ ਹੁੰਦਾ ਤਾਂ ਫਿਰ ਪੰਜਾਬ ਦੀ ਜਾਂ ਹੋਰ ਬਾਕੀ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਜਦੋਂ ਮੋਬਾਈਲ ਮਿਲਦੇ ਆ, ਜਦੋਂ ਉੱਥੋਂ ਪਤਾ ਲੱਗਦਾ ਵੀ ਨਸ਼ੇ ਦੀਆਂ ਪੁੜੀਆਂ ਮਿਲੀਆਂ, ਜਦੋਂ ਪਤਾ ਲੱਗਦਾ ਜੀ ਚਾਰਜਰ ਮਿਲ ਗਏ ਆ, ਸਿਮ ਕਾਰਡ ਮਿਲ ਗਏ ਆ, ਹਥਿਆਰ ਮਿਲ ਗਏ ਆ,
ਤੇ ਉਦੋਂ ਫਿਰ ਹੈਰਾਨੀ ਘਟ ਜਾਂਦੀ ਵੀ ਯਾਰ ਦਿੱਲੀ ਦੀਆਂ ਤਿਹਾੜ ਵਰਗੀਆਂ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਹੋਈ ਜਾਂਦਾ ਹੈ, ਪੰਜਾਬ ਦੀ ਜੇਲ੍ਹ ਦੇ ਵਿੱਚ ਕੀ ਕੁਝ ਨਹੀਂ ਹੋ ਸਕਦਾ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਪੁਲਿਸ ਅਧਿਕਾਰੀ ਜਿਹੜੇ ਕਿ ਜੇਲ੍ਹਾਂ ਦੇ ਨਾਲ ਸੰਬੰਧਿਤ ਹੈ, ਉਹ ਕਿਵੇਂ ਅੰਦਰ ਖਾਤੇ ਕਈ ਮਿਲੀ ਭੁਗਤ ਰੱਖਦੇ ਆ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਇਹਦਾ ਹੱਲ ਕੀ ਆ? ਇਹਦਾ ਹੱਲ ਉਨੀ ਦੇਰ ਤੱਕ ਹੈ ਹੀ ਨਹੀਂ ਇਸ ਧਰਤੀ ਦੇ ਉੱਤੇ ਜਿੰਨੀ ਦੇਰ ਤੱਕ ਇਮਾਨਦਾਰ ਜੇਲ੍ਹ ਅਧਿਕਾਰੀ ਨਹੀਂ ਹੋਣਗੇ, ਜਿੰਨੀ ਦੇਰ ਤੱਕ ਉਤਲੇ ਤੋਂ ਲੈ ਕੇ ਹੇਠਲੇ ਸੁਰੱਖਿਆ ਕਰਮਚਾਰੀ ਤੱਕ ਇਮਾਨਦਾਰੀ ਨਹੀਂ ਹੋਊਗੀ। ਹੁਣ ਇਮਾਨਦਾਰੀ ਦੀ ਕੋਈ ਦਵਾਈ ਤਾਂ ਹੈ ਨਹੀਂ ਵੀ ਕੈਪਸੂਲ 2 ਖਵਾਏ ਤੇ ਬੰਦਾ ਇਮਾਨਦਾਰ ਹੋ ਜਾਊਗਾ। ਇਹ ਤਾਂ ਬੰਦੇ ਦੀ ਨੈਤਿਕਤਾ ਦੀ ਗੱਲ ਆ। ਉਹਦਾ ਕਿਰਦਾਰ ਘਟੀਆ ਜਾਂ ਉਹਦਾ ਕਿਰਦਾਰ ਚੰਗਾ, ਉਹ ਇਮਾਨਦਾਰੀ ਨਾਲ ਬੱਝਿਆ ਜਾਂ ਜਿੱਥੇ ਕੁੰਡੀ ਲੱਗਦੀ ਆ ਉੱਥੇ ਲਾਊਗਾ। ਆਪਦੇ ਚੰਦ ਟਕਿਆਂ ਦੇ ਬਦਲੇ ਜੇਕਰ ਅਸੀਂ ਕਿਸੇ ਨੂੰ ਬਰਬਾਦ ਕਰ ਰਹੇ ਹਾਂ, ਇੱਥੇ ਪ੍ਰਸ਼ਾਸਨ ਨੂੰ ਬਰਬਾਦ ਕਰ ਰਹੇ ਹਾਂ, ਇੱਥੇ ਜੇਲ੍ਹ ਤੰਤਰ ਨੂੰ ਬਰਬਾਦ ਕਰ ਰਹੇ ਹਾਂ, ਜਿਹੜੇ ਅੰਦਰ ਬੈਠੇ ਉਹਨਾਂ ਨਾਲ ਵਿਤਕਰਾ ਕਰ ਰਹੇ ਹਾਂ, ਤਾਂ ਲੱਖ ਦੀ ਲਾਹਨਤ ਪਾਉਣੀ ਬਣਦੀ ਇਹਨਾਂ ਲੋਕਾਂ ਦੇ ਉੱਤੇ ਵੀ। ਪਰ ਜਿਹੜੀਆਂ ਸਰਕਾਰਾਂ ਨੇ ਉਹ ਵੀ ਇਹ ਗੱਲ ਕਹਿਣੀਆਂ ਕਿ ਅਸੀਂ ਸਖਤੀ ਕਰ ਦਿੱਤੀ, ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ। ਹੁੰਦਾ ਕੱਖ ਨਹੀਂ ਗਾ। ਬਹੁਤ ਸਾਰੇ ਦੋਸਤ ਇਹੋ ਜਿਹੇ ਆ ਜਿਹੜੇ ਦੱਸਦੇ ਆ ਕਿ ਸਾਡੇ ਗਾਂਹ ਦੀ ਗਾਂਹ ਕੋਈ ਜਾਣਕਾਰ ਜੇਲ੍ਹ ਦੇ ਵਿੱਚ ਜਾ ਕੇ ਆਇਆ, ਕੋਈ ਕਿਸੇ ਜੁਰਮ 'ਚ, ਕੋਈ ਕਿਸੇ ਜੁਰਮ ਦੇ ਵਿੱਚ, ਵੀ ਉੱਥੇ ਸਭ ਕੁਝ ਚੰਗਾ ਨਹੀਂ ਆ, ਭਾਵੇਂ ਕਿਸੇ ਵੀ ਸੂਬੇ ਦੀ ਜੇਲ੍ਹ ਹੋਵੇ। ਸੋ ਜੇਲ੍ਹਾਂ ਦਾ ਜੇਕਰ ਆਹ ਹਾਲ ਆ ਤਾਂ ਫਿਰ ਸੁਧਾਰ ਕਰ ਨਹੀਂ ਕਹਿਣਾ ਚਾਹੀਦਾ। ਜੇਲ੍ਹਾਂ ਦਾ ਜੇਕਰ ਆਹ ਹਾਲ ਆ ਫਿਰ ਜੇਲ੍ਹਾਂ ਦੇ ਬਾਰੇ ਇਹੀ ਕਹਿਣਾ ਚਾਹੀਦਾ ਵੀ ਭਾਈ ਇਹ ਤਾਂ ਪਿਕਨਿਕ ਸਪੌਟ ਜਾਂ ਬਣ ਗਈਆਂ। ਜੇਲ੍ਹ ਤਾਂ ਹੋਟਲ ਦੇ ਕਮਰੇ ਵਰਗੀ ਆ, ਉੱਥੇ ਬੰਦਾ ਜਾਂਦਾ ਤੇ ਆ ਜਾਂਦਾ, ਆ ਕੇ ਫਿਰ ਚਲਾ ਜਾਂਦਾ, ਜਾ ਕੇ ਫਿਰ ਆ ਜਾਂਦਾ। ਸੋ ਇਸ ਤਰੀਕੇ ਦੇ ਹਾਲਾਤ ਆ। ਬਾਕੀ ਵਕਤ ਦੱਸੂਗਾ ਵੀ ਜੇਲ੍ਹਾਂ ਦੇ ਵਿੱਚੋਂ ਕੀ ਸੁਧਾਰ ਦੀਆਂ ਖਬਰਾਂ ਆਉਂਦੀਆਂ। ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਹੋਇਆ ਵੀ ਜੇਕਰ 70 80 ਅਧਿਕਾਰੀ ਜੇਲ੍ਹਾਂ ਦੇ ਇੱਕ ਬੰਦੇ ਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਉਲਝ ਜਾਂਦੇ ਆ, ਤਾਂ ਫਿਰ ਦਿੱਲੀ ਦੇ ਵਿੱਚ ਜੇਕਰ ਆਹ ਕੁਝ ਹੁੰਦਾ ਤਾਂ ਬਾਕੀ ਸੂਬਿਆਂ ਦੇ ਵਿੱਚ ਸਾਰਾ ਕੁਝ ਕਿਉਂ ਨਾ ਚੱਲਦਾ ਹੋਊਗਾ। ਪੰਜਾਬ ਦੇ ਕਿਸਾਨ ਨੇਤਾਵਾਂ ਦੇ ਨਾਲ ਲੰਘੇ ਕੱਲ੍ਹ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਚੰਗੀ ਗੱਲ ਹੈ। ਪੰਜਾਬ ਦੇ ਕਿਸਾਨਾਂ ਨੇ ਮੰਗਾਂ ਕਈ ਰੱਖੀਆਂ, ਜਿਹਦੇ ਵਿੱਚ ਖਾਸ ਕਰਕੇ ਗੰਨਾ ਉਤਪਾਦਕਾਂ ਦੀ ਮੰਗ ਆ ਉਹ ਜ਼ਿਕਰਯੋਗ ਹੈ। ਗੰਨਾ ਉਤਪਾਦਕਾਂ ਦਾ ਮੈਨੂੰ ਅੱਜ ਤੱਕ ਕਦੇ ਕਸੂਰ ਨਹੀਂ ਲੱਭਿਆ ਵਿਚਾਰਿਆਂ ਦਾ। ਕੀ ਹੈ, ਪ੍ਰਾਈਵੇਟ ਖੰਡ ਮਿੱਲਾਂ ਹੋਣ ਜਾਂ ਸਹਿਕਾਰੀ ਮਿੱਲਾਂ ਹੋਣ, ਉਹਨਾਂ ਦੇ ਵਿੱਚ ਜਾਂਦੇ ਆ, ਗੰਨੇ ਦੀ ਫਸਲ ਦਿੰਦੇ ਆ, ਪਰਚੀ ਲੈ ਕੇ ਮੁੜੇ ਆਉਂਦੇ ਆ, ਕਹਿ ਦਿੰਦੇ ਵੀ ਭਾਈ ਤੁਹਾਨੂੰ ਭੁਗਤਾਨ ਛੇਤੀ ਕਰਾਂਗੇ। ਕਈ ਵਰੇ ਨਿਕਲ ਜਾਂਦੇ ਆ, ਆਪਦੀ ਫਸਲ ਦਾ ਭੁਗਤਾਨ ਛੇਤੀ ਨਹੀਂ ਹੁੰਦਾ ਵੀ ਵਿਚਾਰੇ ਜਾਣ ਤਾਂ ਜਾਣ ਕਿੱਥੇ। ਫਿਰ ਕਹਿੰਦੇ ਵੀ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ, ਵੀ ਕਦੇ ਰੁਪਈਏ ਵੇਲੇ ਸਿਰ ਤਾਂ ਦੇ ਦਿਓ, ਜਦੋਂ ਤਾਂ ਉਹਨਾਂ ਨੇ ਚੱਕਣਾ ਹੁੰਦਾ ਆੜ੍ਹਤੀਏ ਦੇ ਕੋਲੋਂ ਪੈਸਾ ਉਹਦੇ 'ਤੇ ਵਿਆਜ ਲੱਗਦਾ। ਜਦੋਂ ਉਹਨਾਂ ਨੇ ਲੈਣਾ ਹੁੰਦਾ ਜੀ ਕੋਈ ਸਮਾਨ, ਭਾਵੇਂ ਰੇਹ ਸਪਰੇਅ, ਕੋਈ ਬੀ, ਕੋਈ ਖਾਦ, ਕੁਛ ਲੈਣਾ ਹੁੰਦਾ, ਉਹਨੂੰ ਨਕਦ ਦੇਣੇ ਪੈਂਦੇ ਆ। ਪਰ ਜਦੋਂ ਫਸਲ ਨੂੰ ਵੇਚਣ ਦੀ ਗੱਲ ਆਉਂਦੀ ਆ ਉਦੋਂ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ, ਦੇਵਾਂਗੇ, ਛੇਤੀ ਦੇਵਾਂਗੇ। ਲੰਘੇ ਕੱਲ੍ਹ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਸਾਹਿਬ ਨੇ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪ੍ਰਾਈਵੇਟ ਖੰਡ ਮਿੱਲਾਂ ਦੀ ਭੁਗਤਾਨ ਵੀ ਛੇਤੀ ਕਰਵਾਵਾਂਗੇ। ਸਹਿਕਾਰੀ ਬੈਂਕਾਂ ਦੇ ਵੱਲ ਜਿਹੜਾ 300 ਕਰੋੜ ਰੁਪਏ ਦੇ ਲਗਭਗ ਫਸਿਆ ਪਿਆ, ਇਹਨੂੰ 3 ਕਿਸ਼ਤਾਂ ਦੇ ਵਿੱਚ 100 ਕਰੋੜ ਦੀ ਕਰਕੇ 3 ਕਿਸ਼ਤਾਂ, ਤੇ ਅਸੀਂ ਉਹ ਵੀ ਭੁਗਤਾਨ ਛੇਤੀ ਕਰ ਦਿਆਂਗੇ। ਗੁਲਾਬੀ ਸੁੰਡੀ ਦੇ ਨਾਲ ਪੀੜਤ ਕਿਸਾਨਾਂ ਦੀ ਵੀ ਅਸੀਂ ਛੇਤੀ ਸਾਰ ਲਵਾਂਗੇ। ਸੋ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਆ। ਸੰਖੇਪ ਦੇ ਵਿੱਚ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਲੰਘੇ ਕੱਲ੍ਹ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਗੱਲ ਕਹੀ ਆ ਕਿਸਾਨ ਆਗੂਆਂ ਨੂੰ ਕਿ ਸੂਬੇ ਦੇ ਵਿੱਚ ਗੰਨੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਭਾਵੇਂ ਸਰਕਾਰ ਨੂੰ ਗੰਨਾ ਮਿੱਲਾਂ ਦੀ ਜ਼ਿੰਮੇਵਾਰੀ ਖੁਦ ਕਿਉਂ ਨਾ ਸਾਂਭਣੀ ਪਵੇ। ਕਿਸਾਨ ਹਿਤੈਸ਼ੀ ਪਹਿਲ ਕਦਮੀਆਂ ਬਾਰੇ ਖੁਲਾਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਸਹਿਕਾਰੀ ਮਿੱਲਾਂ ਵੱਲ ਗੰਨਾ ਕਿਸਾਨਾਂ ਦੇ 300 ਕਰੋੜ ਰੁਪਏ ਦੇ ਬਕਾਏ ਦਾ ਸੰਬੰਧ ਹੈ, ਤਾਂ ਇਹ 3 ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇਗਾ। 100 ਕਰੋੜ ਦੀ ਪਹਿਲੀ ਕਿਸ਼ਤ 30 ਜੁਲਾਈ ਤੱਕ ਅਦਾ ਕੀਤੀ ਜਾਵੇਗੀ, 100 ਕਰੋੜ ਦੀ ਦੂਜੀ ਕਿਸ਼ਤ 30 ਅਗਸਤ ਤੱਕ ਜਾਰੀ ਹੋਏਗੀ, ਤੇ ਆਖਰੀ ਕਿਸ਼ਤ 100 ਕਰੋੜ ਦੀ ਇਹ 15 ਸਤੰਬਰ ਤੱਕ ਜਾਰੀ ਹੋ ਜਾਵੇਗੀ। ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਗੰਨਾ ਮਿੱਲਾਂ ਨੂੰ ਅਤੀ ਆਧੁਨਿਕ ਮਸ਼ੀਨਰੀ ਨਾਲ ਲੈਸ ਕਰਨਾ ਸੂਬਾ ਸਰਕਾਰ ਦੀਆਂ ਤਰਜੀਹਾਂ ਦੇ ਵਿੱਚੋਂ ਇੱਕ ਹੈ। ਬਟਾਲਾ ਤੇ ਗੁਰਦਾਸਪੁਰ ਦੀਆਂ ਮਿੱਲਾਂ ਵਿੱਚ ਨਵੀਂ ਮਸ਼ੀਨਰੀ ਸਥਾਪਿਤ ਕੀਤੀ ਜਾ ਰਹੀ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਕਰਕੇ ਨਰਮਾ ਪੱਟੀ, ਜਿਸ ਵਿੱਚ ਬਰਨਾਲਾ, ਮੁਕਤਸਰ ਸਾਹਿਬ ਤੇ ਬਠਿੰਡਾ ਇਲਾਕੇ ਆਉਂਦੇ ਨੇ, ਦੀ ਨੁਕਸਾਨੀ ਗਈ ਫਸਲ ਦਾ ਜਾਇਜ਼ਾ ਲੈਣ ਦੇ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਟੀਮਾਂ ਨੇ ਹਾਲ ਹੀ ਦੇ ਵਿੱਚ 730 ਸਥਾਨਾਂ ਦਾ ਦੌਰਾ ਕੀਤਾ ਹੈ ਤੇ 28 ਜੁਲਾਈ ਨੂੰ ਫਿਰ ਤੋਂ ਇਹ ਟੀਮਾਂ ਨੁਕਸਾਨੇ ਇਲਾਕਿਆਂ ਦਾ ਦੌਰਾ ਕਰਨਗੀਆਂ। ਉਹਨਾਂ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਖੋਰਾ ਲਾਉਣ ਦੇ ਲਈ ਜੋ ਵੀ ਨਕਲੀ ਦਵਾਈਆਂ ਤੇ ਕੀਟਨਾਸ਼ਕ ਵੇਚੇਗਾ ਉਹਦੇ ਖਿਲਾਫ ਸਖਤ ਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਉਹ ਕਿਹੜੇ ਕਾਰਨਾਂ ਤੇ ਉਹ ਕਿਹੜੇ ਲੋਕਾਂ ਦੀ ਸ਼ਹਿ ਦੇ ਕਰਕੇ ਅੱਗੇ ਵਧ ਰਹੇ ਲੋਕ ਜਿਹੜੇ ਕਿ ਪੈਸੇ ਲੈਂਦੇ ਕਿਸਾਨਾਂ ਤੋਂ ਮਨ ਚਾਹੇ, 1 ਰੁਪਈਆ ਨਹੀਂ ਘਟਾਉਂਦੇ ਜੋ MRP ਲਿਖਿਆ ਹੁੰਦਾ ਦਵਾਈਆਂ ਦੇ ਉੱਤੇ, ਸਪਰੇਹਾਂ ਦੇ ਉੱਤੇ, ਪਰ ਉਹ ਵੀ ਫਿਰ ਨਕਲੀ ਮਿਲਦੀਆਂ ਤੇ ਉਹਦੇ ਨਾਲ ਸਿਰਫ ਕਿਸਾਨ ਮੁੱਕਦਾ, ਉਹਦੇ ਨਾਲ ਕਦੇ ਸੁੰਡੀ ਕਦੇ ਮੱਛਰ ਨਹੀਂ ਮੁੱਕਦਾ। ਇਹਦੇ ਬਾਰੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ। ਪਿਛਲੇ ਦਿਨੀ ਬਠਿੰਡੇ ਦੀ ਜਿਹੜੀ ਆ ਇਹ ਦਵਾਈਆਂ ਵਾਲੀ ਮੰਡੀ, ਜਿਹੜੀ ਸਪਰੇਅ ਵਾਲੀ ਮੰਡੀ ਆ, ਜਿਹੜੀ ਖਾਦਾਂ ਵਾਲੀ ਮੰਡੀ ਆ, ਉਹਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਵਿਵਾਦਗ੍ਰਸਤ ਖਬਰਾਂ ਆਈਆਂ ਸੀ ਵੀ ਉੱਥੇ ਕਿਸ ਤਰੀਕੇ ਦੇ ਨਾਲ ਨਕਲੀ ਬੀ ਮਿਲਦੇ ਆ, ਨਕਲੀ ਸਪਰੇਹਾਂ, ਨਕਲੀ ਖਾਦਾਂ ਮਿਲਦੀਆਂ। ਇਹ ਇਕੱਲੇ ਉੱਥੇ ਨਹੀਂ ਮਿਲਦੇ, ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਇਹੀ ਕੁਝ ਚੱਲਦਾ।
ਸੋ ਉਹ ਲੋਕ ਪੁੱਠੇ ਟੰਗਣੇ ਚਾਹੀਦੇ ਆ। ਜਿਹੜੇ ਲੋਕ ਸਾਡੀਆਂ ਫਸਲਾਂ ਬਰਬਾਦ ਕਰਦੇ ਆ, ਜਿਹੜੇ ਕਿਸਾਨ ਬਰਬਾਦ ਕਰਨ ਦੇ ਲਈ ਜ਼ਿੰਮੇਵਾਰ ਆ, ਜਿਹੜੇ ਜ਼ਮੀਨ ਬਰਬਾਦ ਕਰਨ ਦੇ ਲਈ ਜ਼ਿੰਮੇਵਾਰ ਆ, ਜਿਹੜੇ ਸੁਪਨੇ ਬਰਬਾਦ ਕਰਨ ਦੇ ਲਈ ਜ਼ਿੰਮੇਵਾਰ ਆ, ਕਿਉਂਕਿ 6 ਮਹੀਨੇ ਤੱਕ ਇੱਕ ਆਸ ਦੇ ਨਾਲ ਹੀ ਕਿਸਾਨ ਜਿਹੜੀ ਮਿਹਨਤ ਕਰੀ ਜਾਂਦਾ, ਐਂਡ ਦੇ ਉੱਤੇ ਪਤਾ ਲੱਗਦਾ ਵੀ ਭਾਈ ਬੀ ਨਕਲੀ ਸੀ, ਐਂਡ ਤੇ ਪਤਾ ਲੱਗਦਾ ਜੀ ਕਿ ਤਾਂ ਸਪਰੇਅ ਨਕਲੀ ਸੀ, ਅਖੀਰ ਤੇ ਪਤਾ ਲੱਗਦਾ ਖਾਦ ਨਕਲੀ ਸੀ। ਸੋ ਇਹਨਾਂ ਕੰਮਾਂ ਦੇ ਨਾਲ ਜੁੜੇ ਹੋਏ ਲੋਕ ਟੰਗਣੇ ਹੀ ਚਾਹੀਦੇ ਆ ਤੇ ਆਸ ਕਰਨੀ ਬਣਦੀ ਆ ਕਿ ਸ਼ਾਇਦ ਸੂਬੇ ਦੀ ਸਰਕਾਰ ਕੁਝ ਨਾ ਕੁਝ ਇਸ ਮਾਮਲੇ 'ਚ ਕਰੂਗੀ। ਅਗਲੀ ਬੇਨਤੀ ਇਹ ਆ ਵੀ 2 ਲੱਖ ਏਕੜ ਫਸਲ ਬਰਬਾਦ ਹੋਈ ਆ ਮਾਲਵਾ ਦੇ ਕੁਝ ਹਿੱਸੇ ਦੇ ਵਿੱਚ, ਮੀਂਹ ਦੇ ਕਰਕੇ ਗੋਡੇ ਗੋਡੇ ਲੱਖ ਲੱਖ ਤੱਕ ਪਾਣੀ ਖੜਾ ਕਈ ਥਾਵਾਂ ਦੇ ਉੱਤੇ। ਉਹਨਾਂ ਕਿਸਾਨਾਂ ਦੀ ਸਾਰ ਛੇਤੀ ਤੋਂ ਛੇਤੀ ਲੈਣੀ ਚਾਹੀਦੀ ਹੈ, ਬਣਦਾ ਮੁਆਵਜ਼ਾ ਮਿਲਣਾ ਚਾਹੀਦਾ, ਗਰਦੌਰੀਆਂ ਦਾ ਕੰਮ ਨਿਬੇੜ ਲੈਣਾ ਚਾਹੀਦਾ ਬਾਅਦ ਦੇ ਵਿੱਚ, ਪਰ ਪਹਿਲਾਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਹੁਣ ਤੱਕ ਦੀਆਂ ਸਰਕਾਰਾਂ ਤਾਂ ਗਰਦੌਰੀ ਕਰਾਂਗੇ, ਰਿਕਾਰਡ ਲਵਾਂਗੇ, ਆਹ ਕਰਾਂਗੇ, ਉਹ ਕਰਾਂਗੇ ਕਹਿ ਕੇ ਕਿਸਾਨਾਂ ਨੂੰ ਤਪਾਉਂਦੀਆਂ ਰਹੀਆਂ, ਪਰ ਐਤਕੀ ਦੀ ਸਰਕਾਰ ਕੁਝ ਸੋਚੇ ਕਿਸਾਨਾਂ ਬਾਰੇ, ਇਹ ਸਾਡੀ ਦਿਲੀ ਇੱਛਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਹੁਣ ਦਿਓ ਆ ਗਿਆ, ਬਹੁਤ ਬਹੁਤ ਧੰਨਵਾਦ।